ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 50ਵਾਂ। ਲੜਾਈ ਨੂੰ ਕਾਰਗਰ ਤਰੀਕੇ ਨਾਲ ਲੜਨ ਲਈ ਦੋ ਗੱਲਾਂ ਬਾਰੇ ਸਪਸ਼ਟਤਾ ਜ਼ਰੂਰੀ ਹੁੰਦੀ ਹੈ। ਇੱਕ, ਲੜਾਈ ਲੜਨੀ ਕਾਹਦੇ ਵਾਸਤੇ ਹੈ ਅਤੇ ਦੂਜਾ, ਲੜਨੀ ਕਿਹਦੇ ਖਿਲਾਫ ਹੈ। ਅਰਥਾਤ ਦੁਸ਼ਮਣ ਤੇ ਉਦੇਸ਼ ਸਾਫ਼ ਦਿਖਣੇ ਚਾਹੀਦੇ ਹਨ। ਇਹਨਾਂ ਦੋਨੋਂ ਹੀ ਗੱਲਾਂ ਤੇ ਅਕਾਲੀ ਆਗੂਆਂ ਦੀ ਸਮਝ ਅਸਪਸ਼ਟ ਤੇ ਘਚੋਲੇ ਗ੍ਰਸੀ ਸੀ। ਉਹ ਨਾ ਸੰਘਰਸ਼ ਦੇ ਉਦੇਸ਼ਾਂ ਬਾਰੇ ਸਪਸ਼ਟ ਤੇ ਇਕਚਿਤ ਸਨ ਅਤੇ ਨਾ ਦੁਸ਼ਮਣ ਬਾਰੇ ਸਾਫ਼ ਤੇ ਨਿਖਰੀ ਸਮਝ ਰੱਖਦੇ ਸਨ। ਇਸ ਕਰਕੇ ਸੰਘਰਸ਼ ਦੇ ਅਮਲ ਦੌਰਾਨ ਵਾਰ-ਵਾਰ ਥਿੜਕਣ ਦਿਖਾਉਣ ਅਤੇ ਸੰਘਰਸ਼ ਨੂੰ ਅੱਧ ਵਿਚਾਲਿਓਂ ਡੋਬਾ ਦੇ ਕੇ ਬੇਅਸੂਲੇ ਸਮਝੌਤਿਆਂ ਵੱਲ ਉਲਰ ਜਾਣ ਦੀ ਰੁਚੀ ਅਕਾਲੀ ਦਲ ਲੀਡਰਸ਼ਿਪ ਦਾ ਸੁਭਾਵਕ ਤੇ ਸਥਾਈ ਲੱਛਣ ਬਣ ਕੇ ਰਹਿ ਗਈ। ਸੰਤ ਜਰਨੈਲ ਸਿੰਘ ਜਿਨ੍ਹਾਂ ਹਿੰਦੂ ਹਾਕਮਾਂ ਦੇ ਸਿੱਖ ਦੁਸ਼ਮਣ ਖਾਸੇ ਪ੍ਰਤੀ ਚੇਤੰਨ ਤੇ ਜਾਗਰੂਕ ਸਨ, ਉਨੇ ਹੀ ਅਕਾਲੀ ਆਗੂਆਂ ਦੀਆਂ ਸਿਧਾਂਤਿਕ ਮਰਜ਼ਾਂ ਤੇ ਸ਼ਖਸੀ ਕਮਜ਼ੋਰੀਆਂ ਬਾਰੇ ਵੀ ਬਰਾਬਰ ਜਾਣੀ ਜਾਣ ਸਨ ਤੇ ਨਾਲ ਹੀ ਸਾਵਧਾਨ ਵੀ। ਇਸ ਕਰਕੇ ਉਹਨਾਂ ਸਿੱਖ ਸੰਘਰਸ਼ ਦੀ ਧਾਰ ਨੂੰ ਸਿੱਖ ਕੌਮ ਦੇ ਬਾਹਰਲੇ ਦੁਸ਼ਮਣਾਂ ਹਿੰਦੂ ਹਾਕਮਾਂ ਖਿਲਾਫ ਸੇਧਿਤ ਰੱਖਦੇ ਹੋਏ ਨਾਲ ਹੀ ਅਕਾਲੀ ਆਗੂਆਂ ਦੀ ਹਰ ਥਿੜਕਣ ਤੇ ਕਮਜ਼ੋਰੀ ਉੱਤੇ ਕਰੜੀ ਨਿਗਾਹ ਰੱਖ ਕੇ ਚੱਲਣ ਅਤੇ ਸਿੱਖ ਜਨਤਾ ਨੂੰ ਇਸ ਬਾਰੇ ਨਿਰੰਤਰ ਚੌਕੰਨੇ ਕਰਦੇ ਰਹਿਣ ਦੀ ਲੋੜ ਤੇ ਅਹਿਮੀਅਤ ਨੂੰ ਇੱਕ ਪਲ ਵੀ ਮਨੋਂ ਨਹੀਂ ਵਿਸਾਰਿਆ ਸੀ। ਇਸ ਸਦਕਾ ਸਿੱਖ ਸੰਘਰਸ਼ ਦੇ ਆਗਾਮੀ ਦੌਰੇ ਅੰਦਰ ਲੜਾਈ ਦੇ ਦੋਨੋਂ ਬਿਰੂਨੀ ਤੇ ਅੰਦਰੂਨੀ ਮੋਰਚੇ ਨਿਰੰਤਰ ਭਖੇ ਰਹੇ। ਜਿੱਥੇ ਭਾਰਤੀ ਹਾਕਮਾਂ ਖਿਲਾਫ ਸਿੱਖ ਪੰਥ ਦਾ ਕੌਮੀ ਸੰਘਰਸ਼ ਲਗਾਤਾਰ ਪਸਾਰ ਤੇ ਤੀਬਰਤਾ ਗ੍ਰਹਿਣ ਕਰਦਾ ਗਿਆ, ਉੱਥੇ ਨਾਲ ਹੀ ਸਿੱਖ ਕੌਮ ਦੇ ਅੰਦਰ ਸਿਧਾਂਤਕ ਜਦੋਜਹਿਦ ਤੇ ਪਾਲਾਬੰਦੀ ਦਾ ਅਮਲ ਵੀ ਨਿਰੰਤਰ ਡੂੰਘਾ ਤੇ ਪ੍ਰਚੰਡ ਹੁੰਦਾ ਗਿਆ। ਸਿਰਲੇਖ ਧਰਮ ਯੁੱਧ ਮੋਰਚਾ ਲਾਸਾਨੀ ਉਭਾਰ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਿੱਖ ਪੰਥ ਅੰਦਰ ਤੇਜ਼ੀ ਨਾਲ ਵੱਧਦੀ ਹਰਮਨ ਪਿਆਰਤਾ ਸਿੱਖ ਕੌਮ ਦੀ ਰਾਜਨੀਤਿਕ ਸੋਚ ਤੇ ਰਹੁ ਅੰਦਰ ਆ ਰਹੇ ਬਦਲਾਅ ਦੀ ਸੂਚਕ ਸੀ। ਭਾਰਤ ਦੇ ਹਿੰਦੂ ਹਾਕਮਾਂ ਦਾ ਇਸ ਹਾਲਤ ਉੱਤੇ ਚਿੰਤਾਵਾਨ ਵਤੀਰਾ ਸੁਭਾਵਕ ਸੀ। ਇੰਦਰਾ ਗਾਂਧੀ ਆਪਣੀ ਯੁੱਧ ਨੀਤਿਕ ਵਿਉਂਤ ਤਹਿਤ ਜਿੱਥੇ ਸਿੱਖਾਂ ਅੰਦਰ ਗਰਮ ਖਿਆਲੀ ਧਾਰਾ ਨੂੰ ਇੱਕ ਹੱਦ ਤੱਕ ਖੁੱਲ੍ਹਾ ਵਗਣ ਦੇਣ ਦਾ ਸੁਚੇਤ ਵਤੀਰਾ ਅਪਣਾ ਕੇ ਚੱਲ ਰਹੀ ਸੀ, ਉੱਥੇ ਨਾਲ ਹੀ ਇਸ ਰੁਝਾਨ ਦੇ ਬੇਕਾਬੂ ਹੋ ਜਾਣ ਦੇ ਪ੍ਰਤੀ ਵੀ ਬਰਾਬਰ ਚੌਕਸੀ ਬਰਕਰਾਰ ਰੱਖ ਕੇ ਚੱਲ ਰਹੀ ਸੀ। ਜਦ ਉਸ ਨੂੰ ਗਰਮ ਖਿਆਲੀ ਧਾਰਾ ਦੇ ਸੁਰੱਖਿਅਤ ਸੀਮਾਵਾਂ ਨੂੰ ਪਾਰ ਕਰ ਜਾਣ ਦਾ ਖਤਰਾ ਮਹਿਸੂਸ ਹੋਣ ਲੱਗਾ ਤਾਂ ਉਸ ਨੇ ਪੰਜਾਬ ਅੰਦਰ ਦਰਬਾਰਾ ਸਿੰਘ ਪ੍ਰਸ਼ਾਸਨ ਦੇ ਗਲੋਂ ਪਟਾ ਲਾ ਦੇਣ ਅਤੇ ਗਰਮ ਖਿਆਲੀ ਤੱਤਾਂ ਉੱਤੇ ਸਖਤੀ ਵਰਤਣ ਦਾ ਫੈਸਲਾ ਕਰ ਲਿਆ। ਜੁਲਾਈ 1982 ਵਿੱਚ ਗਿਆਨੀ ਜੈਲ ਸਿੰਘ ਵੱਲੋਂ ਰਾਸ਼ਟਰਪਤੀ ਦਾ ਅਹੁਦਾ ਤਿਆਗ ਕਰ ਲੈਣ ਗ੍ਰਹਿਣ ਕਰ ਲੈਣ ਨਾਲ ਦਰਬਾਰਾ ਸਿੰਘ ਦੇ ਰਾਹ ਦੀ ਵੱਡੀ ਪ੍ਰਸ਼ਾਸਨਿਕ ਰੁਕਾਵਟ ਦੂਰ ਹੋ ਗਈ। ਰਾਸ਼ਟਰਪਤੀ ਦੀ ਚੋਣ ਦੇ ਥੋੜੇ ਹੀ ਦਿਨਾਂ ਬਾਅਦ 17 ਜੁਲਾਈ ਨੂੰ ਪੁਲਿਸ ਨੇ ਦਮਦਮੀ ਟਕਸਾਲ ਦੇ 3 ਸਿੰਘਾਂ ਨੂੰ ਇੱਕ ਥਾਣੇਦਾਰ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। 19 ਜੁਲਾਈ ਨੂੰ ਜਦ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਅਤੇ ਸਵਰਗਵਾਸੀ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਅਮਰੀਕ ਸਿੰਘ ਇਹਨਾਂ ਸਿੰਘਾਂ ਦੇ ਮੁਕੱਦਮੇ ਦੀ ਕਾਨੂੰਨੀ ਪੈਰਵਾਈ ਕਰਨ ਲਈ ਅੰਮ੍ਰਿਤਸਰ ਦੀ ਜ਼ਿਲ੍ਹਾ ਕਚਹਿਰੀ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਅਗਲੇ ਦਿਨ 20 ਜੁਲਾਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਇੱਕ ਹੋਰ ਨਿਕਟ ਸਹਿਯੋਗੀ ਬਾਬਾ ਠਾਰਾ ਸਿੰਘ ਜੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ। ਸੰਤ ਜਰਨੈਲ ਸਿੰਘ ਨੇ ਦਮਦਮੀ ਟਕਸਾਲ ਲਈ ਪੰਥਕ ਸ਼ਕਤੀ ਨੂੰ ਹਰਕਤ ਵਿੱਚ ਲਿਆਉਣ ਦੀ ਲੋੜ ਮਹਿਸੂਸ ਕਰਦੇ ਹੋਏ 5 ਜੁਲਾਈ ਨੂੰ ਮੰਜੀ ਸਾਹਿਬ ਵਿਖੇ ਇੱਕ ਭਰਵੀਂ ਪੰਥਕ ਕਨਵੈਨਸ਼ਨ ਬੁਲਾਈ। ਇਸ ਕਨਵੈਨਸ਼ਨ ਨੇ ਸਿੰਘਾਂ ਦੀਆਂ ਗ੍ਰਿਫਤਾਰੀਆਂ ਵਿਰੁੱਧ ਰੋਸ ਪ੍ਰਗਟ ਕਰਨ ਅਤੇ
ਸਿੱਖ ਕੌਮ ਨਾਲ ਹੋ ਰਹੀਆਂ ਵਧੀਕੀਆਂ ਤੇ ਬੇਇਨਸਾਫੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਦਰਬਾਰ ਸਾਹਿਬ ਤੋਂ ਰਵਾਇਤੀ ਤਰਜ਼ ਤੇ ਮੋਰਚਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਫੈਸਲਾ ਹੋਇਆ ਕਿ ਹਰ ਰੋਜ਼ 51 ਸਿੰਘਾਂ ਦਾ ਜਥਾ ਪਰੰਪਰਾ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਪੁਰ ਅਮਨ ਗੰਢ ਨਾਲ ਗ੍ਰਿਫਤਾਰੀ ਦਿਆ ਕਰੇਗਾ ਤੇ ਜਦ ਤੱਕ ਪੰਜਾਬ ਸਰਕਾਰ ਆਪਣੇ ਜਾਬਰ ਕਦਮ ਵਾਪਸ ਲੈਣ ਤੇ ਆਪਣੀਆਂ ਜਾਬਰ ਕਾਰਵਾਈਆਂ ਠੱਪ ਕਰਨ ਦਾ ਐਲਾਨ ਨਹੀਂ ਕਰਦੀ, ਉਨੀ ਦੇਰ ਤੱਕ ਗ੍ਰਿਫਤਾਰੀਆਂ ਦਾ ਸਿਲਸਿਲਾ ਨਿਰੰਤਰ ਜਾਰੀ ਰੱਖਿਆ ਜਾਵੇਗਾ। ਇਸ ਫੈਸਲੇ ਨੇ ਅਕਾਲੀ ਲੀਡਰਸ਼ਿਪ ਦੇ ਸਾਹਮਣੇ ਯਕਦਮ ਇੱਕ ਨਵੀਂ ਸਥਿਤੀ ਪੈਦਾ ਕਰ ਦਿੱਤੀ। ਉਸ ਵੇਲੇ ਤੱਕ ਸਿੱਖ ਜਨਤਾ ਦੇ ਰੌਂ ਅੰਦਰ ਆ ਰਹੀ ਤਬਦੀਲੀ ਦੇ ਰੁਝਾਨ ਨੂੰ ਸਾਫ਼ ਪਛਾਣਿਆ ਜਾ ਸਕਦਾ ਸੀ। ਸਿੱਖ ਜਨਤਾ ਰਵਾਇਤੀ ਅਕਾਲੀ ਲੀਡਰਸ਼ਿਪ ਤੋਂ ਨਿਰਾਸ਼ ਤੇ ਬੇਆਸ ਹੋ ਕੇ ਤੇਜ਼ ਗਤੀ ਨਾਲ ਸੰਤ ਭਿੰਡਰਾਂ ਵਾਲਿਆਂ ਦੁਆਲੇ ਲਾਮਬੰਦ ਹੋਣ ਲੱਗ ਪਈ ਸੀ। ਅਕਾਲੀ ਲੀਡਰਸ਼ਿਪ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਦੇ ਬਾਵਜੂਦ ਉਹ ਸਿੱਖ ਕਿਸਾਨੀ ਨੂੰ ਨਹਿਰ ਰੋਕੋ ਮੋਰਚੇ ਲਈ ਉਭਾਰਨ ਵਿੱਚ ਬਹੁਤ ਸਫਲ ਨਹੀਂ ਸੀ ਹੋ ਸਕੀ, ਜਦ ਕਿ ਸਿੱਖ ਕੌਮ ਸੰਤ ਜਰਨੈਲ ਸਿੰਘ ਵੱਲ ਆਪ ਮੁਹਾਰੇ ਕੀਲੀ ਜਾ ਰਹੀ ਸੀ। ਅਜਿਹੀ ਹਾਲਤ ਵਿੱਚ ਜੇਕਰ ਮੋਰਚੇ ਦੀ ਸਮੁੱਚੀ ਪਹਿਲ ਕਦਮੀ ਤੇ ਅਗਵਾਈ ਸੰਤ ਭਿੰਡਰਾਂ ਵਾਲੇ ਦੇ ਹੱਥਾਂ ਵਿੱਚ ਚਲੀ ਜਾਂਦੀ ਸੀ ਤਾਂ ਪਹਿਲਾਂ ਹੀ ਨਖੇੜੇ ਦੇ ਰਾਹ ਪਈ ਅਕਾਲੀ ਲੀਡਰਸ਼ਿਪ ਨੇ ਦਿਨਾਂ ਅੰਦਰ ਹੀ ਅਲੱਗ-ਥਲੱਗ ਤੇ ਪ੍ਰਸੰਗਿਕ ਹੋ ਕੇ ਰਹਿ ਜਾਣਾ ਸੀ, ਅਪ੍ਰਸੰਗਿਕ ਹੋ ਕੇ ਰਹਿ ਜਾਣਾ ਸੀ। ਬੌਧਿਕ ਪੱਖ ਤੋਂ ਅਕਾਲੀ ਲੀਡਰਸ਼ਿਪ ਕਿੰਨੀ ਵੀ ਅਯੋਗ ਕਿਉਂ ਨਾ ਹੋਵੇ, ਉਸ ਅੰਦਰ ਆਪਣੇ ਆਪ ਨੂੰ ਬਣਾਈ ਤੇ ਬਚਾਈ ਰੱਖਣ ਦੀ ਅੰਤਰ ਸੋਝੀ ਹਮੇਸ਼ਾ ਕਿਰਿਆਸ਼ੀਲ ਰਹਿੰਦੀ ਹੈ। ਇਸ ਕਰਕੇ ਉਹ ਦੁਸ਼ਵਾਰ ਹਾਲਤਾਂ ਨੂੰ ਛੇਤੀ ਕੀਤਿਆਂ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦੀ। ਸੋ ਜਿਉਂ ਹੀ ਉਸਨੇ ਦੇਖਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਲੋਂ ਅਲੱਗ ਰਾਹ ਬਣਾ ਕੇ ਚੱਲਣਾ ਉਸ ਲਈ ਬਹੁਤਾ ਲਾਹੇਵੰਦ ਨਹੀਂ ਰਹਿਣਾ, ਉਸਨੇ ਫੌਰਨ ਸੰਤ ਭਿੰਡਰਾਂ ਵਾਲੇ ਦੁਆਰਾ ਐਲਾਨੇ ਮੋਰਚੇ ਵਿੱਚ ਸ਼ਾਮਲ ਹੋ ਜਾਣ ਦਾ ਮਨ ਬਣਾ ਲਿਆ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਕਾਹਲੀ ਨਾਲ 26 ਜੁਲਾਈ ਨੂੰ ਅਕਾਲੀ ਦਲ ਦੀ ਕਾਰਜਕਾਰਨੀ ਦੀ ਹੰਗਾਮੀ ਮੀਟਿੰਗ ਸੱਦ ਲਈ, ਜਿਸ ਵਿੱਚ ਨਹਿਰ ਰੋਕੋ ਮੋਰਚੇ ਨੂੰ ਥਾਂ ਠੱਪ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੁਆਰਾ ਆਰੰਭੇ ਮੋਰਚੇ ਵਿੱਚ ਸ਼ਰੀਕ ਹੋਣ ਦੇ ਫੈਸਲੇ ਦਾ ਬਾਕਾਇਦਾ ਐਲਾਨ ਕਰ ਦਿੱਤਾ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਇਸ ਮੋਰਚੇ ਨੂੰ ਧਰਮ ਯੁੱਧ ਮੋਰਚੇ ਦਾ ਨਾਮ ਦਿੱਤਾ। ਅਕਾਲੀ ਲੀਡਰਸ਼ਿਪ ਦੁਆਰਾ ਲਏ ਗਏ ਇਸ ਫੈਸਲੇ ਦੇ ਪਿੱਛੇ ਉਸ ਦੀ ਜੋ ਮਰਜ਼ੀ ਸੋਚ ਕੰਮ ਕਰਦੀ ਹੋਵੇ, ਇਸ ਨੇ ਸਿੱਖ ਕੌਮ ਉੱਤੇ ਬਹੁਤ ਹੀ ਉਤਸ਼ਾਹੀ ਪ੍ਰਭਾਵ ਛੱਡਿਆ। ਸੰਕਟ ਤੇ ਵਿਪਤਾਵਾਂ ਵਿੱਚ ਘਿਰੇ ਭਾਈਚਾਰੇ ਅੰਦਰ ਹਮੇਸ਼ਾ ਹੀ ਅੰਦਰੂਨੀ ਏਕਤਾ ਦੀ ਲੁਪਤ ਖਾਹਸ਼ ਕੰਮ ਕਰ ਰਹੀ ਹੁੰਦੀ। ਆਪਸੀ ਫੁੱਟ ਤੇ ਨਾ ਇਤਫਾਕੀ ਉਸ ਉੱਤੇ ਕਿਸੇ ਨਾ ਕਿਸੇ ਰੂਪ ਵਿੱਚ ਮਾਯੂਸੀ ਦਾ ਪ੍ਰਭਾਵ ਛੱਡ ਰਹੀ ਹੁੰਦੀ ਹੈ। ਇਸ ਨਾ ਇਤਫਾਕੀ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਪੁੱਟਿਆ ਛੋਟਾ ਜਿਹਾ ਕਦਮ ਵੀ ਉਸੇ ਅੰਦਰ ਜੋਸ਼ ਤੇ ਉਤਸ਼ਾਹ ਦੀ ਤਰੰਗ ਪੈਦਾ ਕਰ ਦਿੰਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਲਲਕਰਵੀਂ ਹਮਾਇਤ ਵਿੱਚ ਨਿੱਤਰ ਆਉਣ ਅਤੇ 4 ਅਗਸਤ ਤੋਂ ਬਾਕਾਇਦਾ ਧਰਮ ਯੁੱਧ ਮੋਰਚਾ ਆਰੰਭ ਕਰ ਦੇਣ ਦੇ ਫੈਸਲੇ ਨੇ ਸਿੱਖ ਕੌਮ ਅੰਦਰ ਭਰੋਸੇ ਤੇ ਉਮੀਦ ਦਾ ਉਤਸ਼ਾਹੀ ਵਾਤਾਵਰਨ ਪੈਦਾ ਕਰ ਦਿੱਤਾ, ਜਿਸ ਨਾਲ ਪੰਥ ਦੀਆਂ ਸੁਸਤਾਈਆਂ ਰੀਝਾਂ ਇੱਕਦਮ ਅੰਗੜਾਈ ਲੈ ਉੱਠੀਆਂ। 27 ਜੁਲਾਈ ਨੂੰ ਸੰਤ ਜਰਨੈਲ ਸਿੰਘ ਨੇ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਿਚਕਾਰ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸਿੱਖ ਪੰਥ ਨੂੰ ਦਰਪੇਸ਼ ਖਤਰਿਆਂ ਤੇ ਚੁਣੌਤੀਆਂ ਬਾਰੇ ਅਤੇ ਇਸ ਦੇ ਸਨਮੁਖ ਖਿੰਡੀ ਬਿਖਰੀ ਪੰਥਕ ਸ਼ਕਤੀ ਨੂੰ ਇਕਜੁੱਟ ਕਰਨ ਦੀ ਲੋੜ ਤੇ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ ਗਏ। ਧਰਮ ਯੁੱਧ ਮੋਰਚੇ ਦਾ ਐਲਾਨ ਹੁੰਦਿਆਂ ਹੀ ਕਾਂਗਰਸੀ ਹਾਕਮਾਂ ਨੇ ਆਦਤ ਮੁਤਾਬਕ ਸਿੱਖ ਸੰਘਰਸ਼ ਨੂੰ ਸਖਤੀ ਨਾਲ ਦਬਾਉਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ। ਬਰਤਾਨਵੀ ਰਾਜ ਵੇਲੇ ਦੀ ਸ਼ੁਰੂ ਹੋਈ ਰੀਤ ਤੇ ਕੈਰੋਂ ਸ਼ਾਹੀ ਦੁਆਰਾ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ ਹੋਇਆਂ ਪੰਜਾਬ ਸਰਕਾਰ ਨੇ ਦਰਬਾਰ ਸਾਹਿਬ ਦੇ ਇਰਦ ਗਿਰਦ ਦਫਾ 144 ਲਾ ਦਿੱਤੀ ਅਤੇ ਸਮੁੱਚੀ ਸਰਕਾਰੀ ਮਸ਼ੀਨਰੀ ਨੂੰ ਸਿੱਖ ਸੰਘਰਸ਼ ਨਾਲ ਕਰਾਰੇ ਹੱਥੀਂ ਸਿੱਝਣ ਲਈ ਤਿਆਰ ਕਰ ਦਿੱਤਾ ਗਿਆ। 4 ਅਗਸਤ ਨੂੰ ਪੰਜਾਬ ਭਰ ਚੋਂ ਸਿੱਖ ਸੰਗਤਾਂ ਹੁਮਾ ਕੇ ਦਰਬਾਰ ਸਾਹਿਬ ਵਿਖੇ ਪਹੁੰਚੀਆਂ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ 500 ਸਿੰਘਾਂ ਦਾ ਪਹਿਲਾ ਜਥਾ ਗ੍ਰਿਫਤਾਰੀ ਦੇਣ ਲਈ ਰਵਾਨਾ ਹੋਇਆ।
ਮੋਰਚੇ ਦੀ ਖਬਰ ਫੈਲਦਿਆਂ ਹੀ ਦੇਸ਼ ਵਿਦੇਸ਼ ਵਸਦੇ ਸਿੱਖ ਭਾਈਚਾਰੇ ਵਿੱਚ ਜੋਸ਼ ਤੇ ਉਤਸ਼ਾਹ ਦੀ ਤੀਬਰ ਲਹਿਰ ਪੈਦਾ ਹੋ ਗਈ। ਸਿੱਖ ਸੰਗਤਾਂ ਵੱਡੇ ਕਾਫਲਿਆਂ ਵਿੱਚ ਅੰਮ੍ਰਿਤਸਰ ਪਹੁੰਚਣੀਆਂ ਸ਼ੁਰੂ ਹੋ ਗਈਆਂ। ਹਰ ਰੋਜ਼ ਦਰਬਾਰ ਸਾਹਿਬ ਵਿਖੇ ਵਿਸ਼ਾਲ ਦੀਵਾਨ ਸੱਜਣ ਲੱਗ ਪਏ। ਇਹਨਾਂ ਦੀਵਾਨਾਂ ਵਿੱਚ ਭਾਰਤ ਦੇ ਅੰਦਰ ਸਿੱਖ ਕੌਮ ਨਾਲ ਹੋ ਰਹੀਆਂ ਵਧੀਕੀਆਂ ਤੇ ਬੇਇਨਸਾਫੀਆਂ ਦੀ ਚਰਚਾ ਹੁੰਦੀ। ਭਾਰਤ ਦੇ ਹਿੰਦੂ ਆਗੂਆਂ ਵੱਲੋਂ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਗਏ ਵਾਅਦੇ ਜਾਂ ਨਿਭਾਉਣੇ ਵਾਅਦਿਆਂ ਅਤੇ ਆਜ਼ਾਦੀ ਤੋਂ ਬਾਅਦ ਉਹਨਾਂ ਨਾਲ ਕੀਤੀਆਂ ਗਈਆਂ ਬੇਵਫਾਈਆਂ ਤੇ ਬਦਸਲੂਕੀਆਂ ਦੇ ਜਜ਼ਬਾਤ ਹਲੂਣਵੇਂ ਕਿੱਸੇ ਸੁਣਾਏ ਦੁਹਰਾਏ ਜਾਂਦੇ। ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਨਾਲ ਸ਼ੁਰੂ ਹੋਏ ਕੁਰਬਾਨੀਆਂ ਦੇ ਇਤਿਹਾਸ ਨੂੰ ਚਿਤਾਰਿਆ ਜਾਂਦਾ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਆਖਰੀ ਦਮ ਤੱਕ ਸੰਘਰਸ਼ ਜਾਰੀ ਰੱਖਣ ਦੇ ਸੰਕਲਪ ਦ੍ਰਿੜਾਏ ਜਾਂਦੇ। ਇਹ ਗੱਲਾਂ ਕੁਝ ਅਖਬਾਰਾਂ ਰਸਾਲਿਆਂ ਰਾਹੀਂ ਤੇ ਕੁਝ ਮੂੰਹੋਂ ਮੂੰਹੀ ਸਿੱਖ ਕੌਮ ਦੇ ਵੱਡੇ ਹਿੱਸਿਆਂ ਤੱਕ ਪਹੁੰਚਣ ਲੱਗੀਆਂ। ਕੇਂਦਰੀ ਹਾਕਮਾਂ ਵੱਲੋਂ ਪੈਰ ਪੈਰ ਤੇ ਪ੍ਰਗਟਾਈ ਜਾ ਰਹੀ ਸਿੱਖ ਦੁਸ਼ਮਣ ਸੋਚਣੀ ਅਤੇ ਪੰਜਾਬ ਅੰਦਰ ਦਰਬਾਰਾ ਸਿੰਘ ਦੀ ਸਰਕਾਰ ਦੀਆਂ ਚੁਭਵੀਆਂ ਜਾਬਰਾਨਾ ਹਰਕਤਾਂ ਸਿੱਖ ਜਜ਼ਬਾਤਾਂ ਨੂੰ ਲਗਾਤਾਰ ਉਤੇਜਿਤ ਕਰਦੀਆਂ ਚਲੀਆਂ ਗਈਆਂ। ਇਸ ਨਾਲ ਸਿੱਖ ਜਗਤ ਦੇ ਅੰਦਰ ਲੜਾਈ ਦਾ ਵਿਆਪਕ ਮਾਹੌਲ ਤੇ ਰੌਂ ਪੈਦਾ ਹੋ ਤੁਰਿਆ। ਅਜਿਹੀ ਸਥਿਤੀ ਵਿੱਚ ਲਾਜ਼ਮੀ ਤੌਰ ਤੇ ਪੀੜਤ ਵਰਗ ਅੰਦਰ ਅੰਦਰੂਨੀ ਇਕਮੁੱਠਤਾ ਦੀ ਤਾਂਘ ਤੇ ਭਾਵਨਾ ਪ੍ਰਬਲ ਹੋ ਉੱਠੀ ਅਤੇ ਆਪਣੀ ਖਿਲਰੀ ਪੁਲਰੀ ਸ਼ਕਤੀ ਨੂੰ ਇੱਕ ਥਾਂ ਇਕੱਠਿਆਂ ਕਰਨ ਦਾ ਜਜ਼ਬਾ ਜ਼ੋਰ ਫੜਦਾ ਜਾਂਦਾ ਹੈ। ਸੰਤ ਭਿੰਡਰਾਂਵਾਲੇ ਤੇ ਅਕਾਲੀ ਆਗੂਆਂ ਦੇ ਇੱਕੋ ਸਾਂਝੇ ਮੰਚ ਉੱਤੇ ਇਕੱਠੇ ਹੋ ਜਾਣ ਨਾਲ ਪੰਥਕ ਏਕਤਾ ਦੇ ਜਜ਼ਬੇ ਨੂੰ ਅਜਿਹਾ ਹੁਲਾਰਾ ਮਿਲਿਆ ਕਿ ਪੰਥ ਅੰਦਰਲੀਆਂ ਸਭ ਛੋਟੀਆਂ ਵੱਡੀਆਂ ਤਾਕਤਾਂ ਨੇ ਇੱਕ ਇੱਕ ਕਰਕੇ ਪੰਥਕ ਮੁੱਖ ਧਾਰਾ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ। ਅੱਧ ਸਤੰਬਰ ਵਿੱਚ ਅਖੰਡ ਕੀਰਤਨੀ ਜਥੇ ਤੇ ਚੀਫ ਖਾਲਸਾ ਦੀਵਾਨ ਦੇ ਸਵੈ ਇੱਛਾ ਨਾਲ ਹੀ ਧਰਮ ਯੁੱਧ ਮੋਰਚੇ ਵਿੱਚ ਸ਼ਾਮਲ ਹੋ ਜਾਣ ਦਾ ਐਲਾਨ ਕਰ ਦਿੱਤਾ। 30 ਸਤੰਬਰ 1982 ਨੂੰ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਵੀ 17.5 ਮਹੀਨਿਆਂ ਤੋਂ ਦਿੱਲੀ ਵਿਖੇ ਵਿੱਢ ਰੱਖੇ ਹੋਏ ਆਪਣੇ ਅਲੱਗ ਮੋਰਚੇ ਨੂੰ ਠੱਪ ਕਰਕੇ ਧਰਮ ਯੁੱਧ ਮੋਰਚੇ ਦੇ ਵਿਸ਼ਾਲ ਵਹਿਣ ਦਾ ਅੰਗ ਬਣ ਕੇ ਚੱਲਣ ਦਾ ਐਲਾਨ ਕਰ ਦਿੱਤਾ। ਅਕਾਲੀ ਦਲ ਦੇ ਸਾਰੇ ਪ੍ਰਮੁੱਖ ਆਗੂ ਵਾਰੋ-ਵਾਰੀ ਵੱਡੇ ਭਾਰੀ ਜਥਿਆਂ ਦੀ ਅਗਵਾਈ ਕਰਦੇ ਹੋਏ ਗ੍ਰਿਫਤਾਰ ਹੋ ਗਏ। 2 ਮਹੀਨਿਆਂ ਦੇ ਅੰਦਰ ਹੀ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਨੱਕੋ ਨੱਕ ਭਰ ਗਈਆਂ। 10 ਅਕਤੂਬਰ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਮੋਰਚੇ ਅੰਦਰ ਹੋਰ ਤੇਜ਼ੀ ਲਿਆਉਣ ਲਈ 11 ਤੋਂ 16 ਅਕਤੂਬਰ ਦੀਵਾਲੀ ਦੇ ਦਿਨ ਤੱਕ ਗ੍ਰਿਫਤਾਰੀਆਂ ਦਾ ਸਿਲਸਿਲਾ ਦਿਨ ਰਾਤ ਨਿਰੰਤਰ ਜਾਰੀ ਰੱਖਣ ਅਤੇ ਸਿੱਖ ਕੌਮ ਉੱਤੇ ਢਾਏ ਜਾ ਰਹੇ ਵਹਿਸ਼ੀ ਜ਼ੁਲਮਾਂ ਵਿਰੁੱਧ ਰੋਸ ਪ੍ਰਗਟਾਵੇ ਵਜੋਂ ਦੀਵਾਲੀ ਦੇ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਣ ਦੇ ਫੈਸਲੇ ਦਾ ਐਲਾਨ ਕਰ ਦਿੱਤਾ। ਇਸੇ ਦੌਰਾਨ ਇੰਦਰਾ ਗਾਂਧੀ ਨੇ ਸਿੱਖ ਸੰਘਰਸ਼ ਨੂੰ ਦਬਾਉਣ ਲਈ ਬਲ ਤੇ ਛਲ ਦੀ ਦੋ ਧਾਰੀ ਨੀਤੀ ਉੱਤੇ ਅਮਲ ਕਰਨਾ ਜਾਰੀ ਰੱਖਿਆ। ਸਰਕਾਰ ਦੁਆਰਾ ਅਪਣਾਏ ਸਭਨਾ ਜਾਬਰ ਹੱਥ ਕੰਡਿਆਂ ਦੇ ਬਾਵਜੂਦ ਵੀ ਜਦ ਸਿੱਖ ਉਭਾਰ ਦੱਬਣ ਦੀ ਥਾਂ ਲਗਾਤਾਰ ਹੋਰ ਪ੍ਰਚੰਡ ਹੁੰਦਾ ਚਲਾ ਗਿਆ ਤਾਂ ਇੰਦਰਾ ਗਾਂਧੀ ਨੇ ਅਚਾਨਕ ਆਪਣਾ ਪੈਂਤੜਾ ਬਦਲਦੇ ਹੋਏ ਦੀਵਾਲੀ ਤੋਂ ਇੱਕ ਦਿਨ ਪਹਿਲਾਂ 15 ਅਕਤੂਬਰ ਨੂੰ ਜੇਲ੍ਹਾਂ ਚੋਂ ਸਾਰੇ ਸਿੱਖਾਂ ਨੂੰ ਰਿਹਾ ਕਰ ਦੇਣ ਦਾ ਐਲਾਨ ਕਰ ਦਿੱਤਾ। ਇਸ ਚਾਲ ਬਦਲੀ ਦੀ ਅਸਲੀ ਵਜ੍ਹਾ ਇਹ ਸੀ ਕਿ ਅਗਲੇ ਹੀ ਮਹੀਨੇ 19 ਸਤੰਬਰ ਤੋਂ 4 ਦਸੰਬਰ ਤੱਕ ਦਿੱਲੀ ਵਿਖੇ ਏਸ਼ੀਆਈ ਖੇਡਾਂ ਹੋਣ ਜਾ ਰਹੀਆਂ ਸਨ। ਇੰਦਰਾ ਗਾਂਧੀ ਨੂੰ ਇਹ ਖਦਸ਼ਾ ਸੀ ਕਿ ਜੇਕਰ ਸਿੱਖ ਸੰਘਰਸ਼ ਇਸੇ ਹੀ ਤਰ੍ਹਾਂ ਚੱਲਦਾ ਤੇ ਪ੍ਰਚੰਡ ਹੁੰਦਾ ਚਲਾ ਗਿਆ ਤਾਂ ਏਸ਼ੀਆਈ ਖੇਡਾਂ ਮੌਕੇ ਜਦ ਦੁਨੀਆ ਭਰ ਦੀ ਪ੍ਰੈਸ ਦਿੱਲੀ ਪਹੁੰਚੀ ਹੋਵੇਗੀ ਅਤੇ ਸੰਸਾਰ ਭਰ ਦੇ ਲੋਕਾਂ ਦੀਆਂ ਨਜ਼ਰਾਂ ਦਿੱਲੀ ਤੇ ਕੇਂਦਰਿਤ ਹੋਣਗੀਆਂ ਤਾਂ ਇਸ ਨਾਲ ਨਾ ਸਿਰਫ ਸੰਸਾਰ ਭਾਈਚਾਰੇ ਅੰਦਰ ਆਮ ਰੂਪ ਵਿੱਚ ਭਾਰਤੀ ਰਾਜ ਬਾਰੇ ਬਣੇ ਜਾਂ ਬਣਾਏ ਗਏ ਭਰਮ ਚਕਨਾਚੂਰ ਹੋ ਜਾਣਗੇ ਅਤੇ ਇਸ ਦਾ ਅਸਲੀ ਫਿਰਕੂ ਤੇ ਫਾਸੀ ਰੰਗ ਉਗੜ ਕੇ ਸਾਹਮਣੇ ਆ ਜਾਵੇਗਾ। ਨਾਲ ਹੀ ਉਸ ਦਾ ਆਪਣਾ ਨਿੱਜੀ ਵਕਾਰ ਵੀ ਘੱਟੇ ਵਿੱਚ ਰੁਲ ਕੇ ਰਹਿ ਜਾਵੇਗਾ। ਇਸ ਕਰਕੇ ਉਸ ਨੇ ਇੱਕ ਵਾਰ ਫਿਰ ਸਿੱਖ ਕੌਮ ਨੂੰ ਆਪਣੀ ਦੰਭੀ ਅਦਾ ਨਾਲ ਮੋਹ ਲੈਣ ਅਰਥਾਤ ਸਿੱਖ ਭਾਈਚਾਰੇ ਪ੍ਰਤੀ ਹਮਦਰਦੀ ਤੇ ਸਦਭਾਵਨਾ ਦਾ ਝੂਠਾ ਪ੍ਰਭਾਵ ਦੇ ਕੇ ਉਸ ਨੂੰ ਘੜੀ ਦੀ ਘੜੀ ਸੰਘਰਸ਼ ਦੇ ਮੈਦਾਨ ਤੋਂ ਲਾਂਭੇ ਹਟ ਜਾਣ ਲਈ ਪ੍ਰੇਰਿਤ ਕਰਨ ਦੀ ਇੱਕ ਖੋਟੀ ਚਾਲ ਚੱਲੀ।
ਸਾਰੇ ਸਿੱਖਾਂ ਨੂੰ ਜੇਲ੍ਹਾਂ ਚੋਂ ਰਿਹਾ ਕਰ ਦੇਣ ਦੇ ਨਾਲ ਹੀ ਉਸ ਨੇ ਇੱਕ ਵਾਰ ਫਿਰ ਅਕਾਲੀ ਲੀਡਰਸ਼ਿਪ ਨੂੰ ਗੱਲਬਾਤ ਦੇ ਅਮਲ ਵਿੱਚ ਉਲਝਾਉਣ ਦੀ ਕੂਟਨੀਤਿਕ ਚਾਲ ਚੱਲ ਦਿੱਤੀ। ਅਕਾਲੀ ਆਗੂਆਂ ਨੇ ਇੰਦਰਾ ਗਾਂਧੀ ਦੇ ਮਨ ਨੂੰ ਪੜ੍ਹਨ ਅਤੇ ਉਸ ਉੱਤੇ ਪਏ ਮੌਕੇ ਦੀ ਸਥਿਤੀ ਦੇ ਦਬਾਅ ਨੂੰ ਸਮਝਣ ਦੀ ਕੋਸ਼ਿਸ਼ ਨਾ ਕੀਤੀ। ਰਿਹਾਈ ਦੇ ਹੁਕਮ ਸੁਣਦਿਆਂ ਹੀ ਉਹਨਾਂ ਵਰਕਰਾਂ ਨੂੰ ਥਾਂ ਛੱਡ ਕੇ ਜੇਲ੍ਹਾਂ ਚੋਂ ਖਿਸਕਣ ਦੀ ਕੀਤੀ। ਅਕਾਲੀ ਆਗੂਆਂ ਦੇ ਇਸ ਕਰਮ ਨੇ ਸੰਤ ਜਰਨੈਲ ਸਿੰਘ ਦੇ ਮਨ ਅੰਦਰ ਨਾ ਸਿਰਫ ਉਹਨਾਂ ਪ੍ਰਤੀ ਤਿੱਖੀ ਔਖ ਤੇ ਰੰਜਿਸ਼ ਪੈਦਾ ਕਰ ਦਿੱਤੀ, ਨਾਲ ਹੀ ਉਹਨਾਂ ਦੀ ਸੁਹਿਰਦਤਾ ਤੇ ਵਚਨਬੱਧਤਾ ਬਾਰੇ ਪਹਿਲਾਂ ਤੋਂ ਮੌਜੂਦ ਸ਼ੱਕ ਅਤੇ ਖਦਸ਼ੇ ਹੋਰ ਗੂੜੇ ਹੋ ਗਏ। ਅਕਤੂਬਰ ਦੇ ਆਖਰੀ ਹਫ਼ਤੇ ਸਾਬਕਾ ਕੇਂਦਰੀ ਵਜ਼ੀਰ ਸਰਦਾਰ ਸਵਰਨ ਸਿੰਘ ਇੰਦਰਾ ਗਾਂਧੀ ਦੀ ਤਰਫੋਂ ਅਕਾਲੀ ਆਗੂਆਂ ਨਾਲ ਗੱਲਬਾਤ ਕਰਨ ਲਈ ਫਤਿਹਗੜ੍ਹ ਸਾਹਿਬ ਪਹੁੰਚੇ ਅਤੇ ਉਹਨਾਂ ਨੂੰ ਇੰਦਰਾ ਗਾਂਧੀ ਦੀ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਦਿਲੀ ਇੱਛਾ ਤੋਂ ਜਾਣੂ ਕਰਵਾਇਆ। ਇਹ ਉਹੀ ਸਵਰਨ ਸਿੰਘ ਹੋਰੀ ਸਨ ਜਿਨ੍ਹਾਂ ਨੂੰ ਲੰਮਾ ਚਿਰ ਭਾਰਤ ਦੇ ਹਿੰਦੂ ਹੁਕਮਰਾਨ ਵਰਗ ਦੀ ਅਤੇ ਵਿਸ਼ੇਸ਼ ਕਰਕੇ ਨਹਿਰੂ ਪਰਿਵਾਰ ਦੀ ਹਜ਼ੂਰੀ ਸੇਵਾ ਨਿਭਾਉਣ ਦੇ ਇਨਾਮ ਵਜੋਂ ਇੰਦਰਾ ਗਾਂਧੀ ਨੇ 1975 ਵਿੱਚ ਜ਼ਲਾਲਤ ਭਰੇ ਢੰਗ ਨਾਲ ਰਾਜਨੀਤੀ ਚੋਂ ਬੇਦਖਲ ਕਰਕੇ ਘਰੇ ਤੋਰ ਦਿੱਤਾ ਸੀ। ਪਰ ਹੁਣ ਉਸੇ ਇੰਦਰਾ ਗਾਂਧੀ ਦਾ ਏਲਚੀ ਬਣਨ ਲੱਗਿਆਂ ਸਰਦਾਰ ਸਵਰਨ ਸਿੰਘ ਨੇ ਨਾ ਇਤਿਹਾਸ ਦੀ ਸ਼ਰਮ ਮੰਨੀ ਤੇ ਨਾ ਆਪਣੀ ਬਜ਼ੁਰਗੀ ਦਾ ਹੀ ਕੋਈ ਖਿਆਲ ਕੀਤਾ। ਪਰ ਇਹ ਕੱਲੇ ਸਵਰਨ ਸਿੰਘ ਦੀ ਗੱਲ ਨਹੀਂ, ਇਹ ਉਸ ਰਾਜਸੀ ਸਦਾਚਾਰ ਤੇ ਸੱਭਿਆਚਾਰ ਦੀ ਗੱਲ ਹੈ ਜਿਸ ਦੀਆਂ ਦਾਬਾਂ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕਰਦਿਆਂ ਹੀ ਦੱਬ ਦਿੱਤੀਆਂ ਸਨ। ਸਿੱਖ ਪੰਥ ਦੇ ਇੱਕ ਵਰਗੇ ਅੰਦਰ ਪੈਦਾ ਹੋਈ ਟੋਡੀ ਪੁਣੇ ਦੀ ਬਿਰਤੀ ਬਰਤਾਨਵੀ ਹਾਕਮਾਂ ਨੂੰ ਖੂਬ ਰਾਸ ਆਈ ਅਤੇ ਉਹਨਾਂ ਇਸ ਦਾ ਭਰਪੂਰ ਸਿਆਸੀ ਲਾਹ ਖੱਟਿਆ। ਹਿੰਦੂ ਹਾਕਮਾਂ ਨੇ ਇਸ ਤਿਆਰ ਬਰ ਤਿਆਰ ਅੰਸ਼ ਨੂੰ ਆਪਣੇ ਹਿੱਤਾਂ ਲਈ ਵਰਤਣ ਵਿੱਚ ਰਤੀ ਭਰ ਵੀ ਉਕਾਈ ਨਹੀਂ ਕੀਤੀ। ਉਹਨਾਂ ਬੁਰਕੀ ਦੀ ਰਾਜਨੀਤੀ ਨਾਲ ਸਿੱਖਾਂ ਅੰਦਰੋਂ ਹਿੰਦੂ ਹਾਕਮਾਂ ਦੀ ਝੂਠ ਆਸਰੇ ਪਲਣ ਵਾਲਾ ਇੱਕ ਅਜਿਹਾ ਰਾਜਨੀਤਿਕ ਵਰਗ ਤਿਆਰ ਕਰ ਲਿਆ ਜੋ ਹਿੰਦੂ ਹਾਕਮਾਂ ਦੀ ਮਾਮੂਲੀ ਜਿਹੀ ਮਿਹਰ ਹਾਸਲ ਕਰਨ ਲਈ ਆਪਣੇ ਭਾਈਚਾਰੇ ਨਾਲ ਧਰੋਹ ਕਮਾਉਣ ਤੇ ਉਸ ਦੇ ਖਿਲਾਫ ਘਿਨਾਉਣੇ ਤੋਂ ਘਿਨਾਉਣਾ ਅਪਰਾਧ ਕਰਨ ਵਿੱਚ ਰਤੀ ਭਰ ਸੰਕੋਚ ਨਹੀਂ ਕਰਦਾ। ਇਹ ਰੋਲ ਸਿਰਫ ਕਾਂਗਰਸੀ ਸਿੱਖਾਂ ਲਈ ਰਾਖਵਾਂ ਨਹੀਂ, ਅਕਾਲੀ ਆਗੂਆਂ ਅੰਦਰ ਵੀ ਇਹ ਬਿਰਤੀ ਆਮ ਪਾਈ ਜਾਂਦੀ ਹੈ ਜੋ ਰਾਜਨੀਤੀ ਅੰਦਰ ਅਕਸਰ ਆਪਣੇ ਗੁੱਲ ਖਿਡਾਉਂਦੀ ਰਹਿੰਦੀ ਹੈ। ਖੈਰ, ਨਾ ਤਾਂ ਇੰਦਰਾ ਗਾਂਧੀ ਦਾ ਮਨ ਸਾਫ਼ ਸੀ ਅਤੇ ਨਾ ਹੀ ਅਕਾਲੀ ਆਗੂ ਉਸ ਵੇਲੇ ਹੱਦੋਂ ਵੱਧ ਲਿਖ ਕੇ ਸਮਝੌਤਾ ਕਰਨ ਲਈ ਤਿਆਰ ਸਨ, ਕਿਉਂਕਿ ਸਿੱਖ ਸੰਘਰਸ਼ ਦੀ ਕਾਂਗ ਅਤੇ ਲਗਾਤਾਰ ਉੱਪਰ ਨੂੰ ਚੜ੍ਹ ਰਹੀ ਸੀ ਅਤੇ ਅਕਾਲੀ ਆਗੂ ਅਜੇ ਤਾਜ਼ਾ ਦਮ ਤੇ ਚੜ੍ਹਦੀ ਕਲਾ ਦੇ ਰੌਂ ਵਿੱਚ ਸਨ। ਇਸ ਕਰਕੇ ਸਵਰਨ ਸਿੰਘ ਤੇ ਅਕਾਲੀ ਆਗੂਆਂ ਵਿਚਕਾਰ ਗੱਲਬਾਤ ਮੁੱਢਲੇ ਪੜਾਅ ਉੱਤੇ ਹੀ ਦਮ ਤੋੜ ਗਈ। ਅਕਾਲੀ ਲੀਡਰਸ਼ਿਪ ਨੇ ਕੁਝ ਤਾਂ ਸਿੱਖ ਉਭਾਰ ਤੋਂ ਉਤਸ਼ਾਹਿਤ ਤੇ ਉਤੇਜਿਤ ਹੋ ਕੇ ਅਤੇ ਕੁਝ ਸੰਤ ਭਿੰਡਰਾਂ ਵਾਲਿਆਂ ਨੂੰ ਰਾਜਸੀ ਤੌਰ ਤੇ ਮਾਤ ਦੇਣ ਦੀ ਸ਼ਰੀਕਾ ਸੋਚ ਚੋਂ ਤਿੱਖੇ ਤੇਵਰ ਅਖਤਿਆਰ ਕਰਦਿਆਂ ਹੋਇਆਂ ਇੰਦਰਾ ਗਾਂਧੀ ਦੀ ਕਮਜ਼ੋਰ ਰਗ ਨੂੰ ਮਰੋੜੀ ਦੇਣ ਦਾ ਫੈਸਲਾ ਕਰ ਲਿਆ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਜੇਲ੍ਹਾਂ ਚੋਂ ਰਿਹਾ ਹੋਏ ਸਿੱਖ ਵਲੰਟੀਅਰਾਂ ਨੂੰ ਏਸ਼ੀਆਈ ਖੇਡਾਂ ਮੌਕੇ ਦਿੱਲੀ ਪਹੁੰਚਣ ਦਾ ਸੱਦਾ ਦੇ ਦਿੱਤਾ ਤਾਂ ਜੋ 19 ਨਵੰਬਰ ਤੋਂ 4 ਦਸੰਬਰ ਤੱਕ ਖੇਡਾਂ ਦੌਰਾਨ ਦਿੱਲੀ ਅੰਦਰ ਪ੍ਰਭਾਵਸ਼ਾਲੀ ਰੋਸ ਦਿਖਾਵੇ ਕਰਕੇ ਸੰਸਾਰ ਦੇ ਲੋਕਾਂ ਦਾ ਧਿਆਨ ਸਿੱਖ ਕੌਮ ਦੀਆਂ ਮੰਗਾਂ ਤੇ ਸ਼ਿਕਾਇਤਾਂ ਵੱਲ ਖਿੱਚਿਆ ਜਾ ਸਕੇ। ਇਸ ਤਰ੍ਹਾਂ ਇਤਿਹਾਸ ਦੇ ਇੱਕ ਅਜਿਹੇ ਕਾਂਡ ਦਾ ਆਧਾਰ ਤਿਆਰ ਹੋ ਗਿਆ ਜੋ ਸਿੱਖ ਕੌਮ ਦੀ ਸੁਰਤ ਨੂੰ ਵੱਡਾ ਝੰਜੋੜਾ ਦੇਣ ਅਤੇ ਸਿੱਖ ਸੰਘਰਸ਼ ਨੂੰ ਨਵਾਂ ਮੋੜ ਦੇਣ ਦਾ ਸਬੱਬ ਹੋ ਗੁਜ਼ਰਿਆ। ਸਿਰਲੇਖ ਏਸ਼ੀਆਈ ਖੇਡਾਂ, ਫਿਰਕੂ ਫਾਸੀਵਾਦ ਦਾ ਉਦਘਾਟਨ। ਇੰਦਰਾ ਗਾਂਧੀ ਆਪਣੇ ਅਕਸ ਬਾਰੇ ਸਖਤ ਨਾ ਖਬਤ ਦੀ ਹੱਦ ਤੱਕ ਫਿਕਰਮੰਦ ਰਹਿਣ ਵਾਲੀ ਸ਼ਖਸੀਅਤ ਸੀ। ਉਸ ਨੂੰ ਅੰਦਰ ਨਾਲੋਂ ਦੇਸ਼ ਦੇ ਬਾਹਰ ਆਪਣੇ ਅਕਸ ਦੀ ਹਮੇਸ਼ਾ ਵਧਵੀਂ ਚਿੰਤਾ ਬਣੀ ਰਹਿੰਦੀ ਸੀ। ਇਸ ਕਰਕੇ ਜਦ ਅਕਾਲੀ ਲੀਡਰਸ਼ਿਪ ਨੇ ਏਸ਼ੀਆਈ ਖੇਡਾਂ ਮੌਕੇ ਦਿੱਲੀ ਅੰਦਰ ਰੋਸ ਦਿਖਾਵਾ ਕਰਨ ਦੇ ਫੈਸਲੇ ਦਾ ਐਲਾਨ ਕਰ ਦਿੱਤਾ ਤਾਂ ਇੰਦਰਾ ਗਾਂਧੀ ਇੱਕਦਮ ਭੈ-ਭੀਤ ਹੋ ਉੱਠੀ। ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਸ ਦਾ ਕਤਲ ਹੀ ਹੋ ਜਾਣ ਲੱਗਾ ਹੋਵੇ।
ਉਸ ਦਾ ਇਹ ਪ੍ਰਤੀਕਰਮ ਕਿਸੇ ਵੀ ਤਰ੍ਹਾਂ ਸਾਵਾਂ ਨਹੀਂ ਸੀ। ਕਿਸੇ ਜਮਹੂਰੀ ਮੱਤ ਵਾਲੇ ਹੁਕਮਰਾਨ ਨੇ ਅਕਾਲੀ ਦਲ ਦੇ ਇਸ ਫੈਸਲੇ ਨੂੰ ਬਹੁਤ ਹੀ ਸਹਿਜ ਰੂਪ ਵਿੱਚ ਲੈਣਾ ਸੀ। ਜਮਹੂਰੀ ਰਾਜ ਪ੍ਰਬੰਧ ਅੰਦਰ ਲੋਕਾਂ ਦੇ ਕਿਸੇ ਵਰਗ ਦੁਆਰਾ ਆਪਣੀਆਂ ਮੰਗਾਂ, ਮਸਲਿਆਂ ਜਾਂ ਸ਼ਿਕਾਇਤਾਂ ਬਾਰੇ ਪੁਰ-ਅਮਨ ਰਹਿੰਦਿਆਂ ਹੋਇਆਂ ਆਪਣੇ ਮਨੋਭਾਵਾਂ ਦਾ ਪ੍ਰਗਟਾਵਾ ਕਰਨ ਦੇ ਕਰਮ ਨੂੰ ਨਾ ਸਿਰਫ ਜੁਰਮ ਨਹੀਂ ਸਮਝਿਆ ਜਾਂਦਾ, ਸਗੋਂ ਰਾਜਨੀਤਿਕ ਪ੍ਰਣਾਲੀ ਦੀ ਤੰਦਰੁਸਤੀ ਲਈ ਜ਼ਰੂਰੀ ਸਮਝਿਆ ਜਾਂਦਾ ਹੈ। ਪਰ ਭਾਰਤ ਅੰਦਰ ਜਮਹੂਰੀਅਤ ਕਿਉਂਕਿ ਸਿਰਫ ਦਿਖਾਵੇ ਦੀ ਸ਼ੈ ਹੈ, ਇਸ ਕਰਕੇ ਇੱਥੇ ਇਸ ਜਮਹੂਰੀ ਦਸਤੂਰ ਦੀ ਪਾਲਣਾ ਕਰਨ ਦੀ ਥਾਂ ਅਕਸਰ ਹੀ ਹੁਕਮਰਾਨ ਵਰਗ ਅੰਦਰ ਵੈਸ਼ੀਪੁਣੇ ਦੀ ਪ੍ਰਵਿਰਤੀ ਹਾਵੀ ਹੋ ਜਾਂਦੀ ਹੈ। ਜਦ ਇਸ ਪ੍ਰਵਿਰਤੀ ਅੰਦਰ ਫਿਰਕੂ ਅੰਸ਼ ਸ਼ਾਮਲ ਹੋ ਜਾਵੇ ਤਾਂ ਇਹ ਫਿਰਕੂ ਫਾਸੀਵਾਦ ਦੇ ਲੱਛਣ ਗ੍ਰਹਿਣ ਕਰ ਜਾਂਦੀ ਹੈ। ਸੋ 70ਵਿਆਂ ਦੇ ਮੱਧ ਵਿੱਚ ਇੰਦਰਾ ਗਾਂਧੀ ਅੰਦਰ ਪ੍ਰਗਟ ਹੋਈ ਤਾਨਾਸ਼ਾਹੀ ਪ੍ਰਵਿਰਤੀ, ਜਿਸ ਦਾ ਨਤੀਜਾ ਜੂਨ 1975 ਵਿੱਚ ਅੰਦਰੂਨੀ ਐਮਰਜੈਂਸੀ ਦੇ ਐਲਾਨ ਵਿੱਚ ਨਿਕਲਿਆ, ਦੀ ਤੁਲਨਾ ਵਿੱਚ 80ਵਿਆਂ ਅੰਦਰ ਪ੍ਰਗਟ ਹੋਏ ਫਾਸੀ ਰੁਝਾਨ ਦੀ ਤਾਸੀਰ ਅਹਿਮ ਰੂਪ ਵਿੱਚ ਵੱਖਰੀ ਸੀ। ਇਹ ਦੇਸ਼ ਅੰਦਰਲੇ ਘੱਟ ਗਿਣਤੀ ਭਾਈਚਾਰਿਆਂ ਖਿਲਾਫ ਸੇਧਤ ਫਿਰਕੂ ਫਾਸੀ ਉਭਾਰ ਸੀ, ਜੋ ਆਮ ਤਾਨਾਸ਼ਾਹੀ ਨਾਲੋਂ ਕਿਤੇ ਵੱਧ ਖਤਰਨਾਕ ਸੀ। ਆਮ ਤਾਨਾਸ਼ਾਹੀ ਰਾਜ ਅੰਦਰ ਜ਼ਬਰ ਦਾ ਨਿਸ਼ਾਨਾ ਕੋਈ ਵਿਸ਼ੇਸ਼ ਧਾਰਮਿਕ ਜਾਂ ਨਸਲੀ ਭਾਈਚਾਰਕ ਵਰਗ ਨਹੀਂ ਹੁੰਦਾ, ਬਲਕਿ ਆਮ ਲੋਕਾਈ ਹੁੰਦੀ ਹੈ। ਦੂਜਾ, ਆਮ ਤਾਨਾਸ਼ਾਹੀ ਰਾਜ ਅੰਦਰ ਲੋਕਾਂ ਉੱਤੇ ਜ਼ਬਰ ਢਾਉਣ ਲਈ ਰਾਜ ਸੱਤਾ ਦੇ ਅੰਗਾਂ, ਅਫਸਰਸ਼ਾਹੀ, ਪੁਲਿਸ, ਫੌਜ, ਨਿਆਂਪਾਲਿਕਾ ਆਦਿ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਇਸ ਜ਼ਬਰ ਵਿੱਚ ਲੋਕਾਂ ਦੇ ਕਿਸੇ ਵਰਗ ਦੀ ਸਿੱਧੀ ਤੇ ਸਰਗਰਮ ਸ਼ਮੂਲੀਅਤ ਨਹੀਂ ਹੁੰਦੀ। ਇਸ ਦੀ ਤੁਲਨਾ ਵਿੱਚ ਫਿਰਕੂ ਫਾਸੀਵਾਦ ਦੀ ਵਿਲੱਖਣ ਗੱਲ ਇਹ ਹੈ ਕਿ ਹੁਕਮਰਾਨ ਵਰਗ ਦੁਆਰਾ ਦੇਸ਼ ਦੇ ਬਹੁਗਿਣਤੀ ਵਰਗ ਅੰਦਰ ਘੱਟ ਗਿਣਤੀ ਭਾਈਚਾਰਿਆਂ ਖਿਲਾਫ ਨਫ਼ਰਤ ਤੇ ਜਨੂਨ ਭੜਕਾਉਣ ਦੀਆਂ ਸੁਚੇਤ ਤੇ ਵਿਉਂਤਬੱਧ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਅਤੇ ਇਉਂ ਬਹੁਗਿਣਤੀ ਵਰਗ ਦੇ ਲੋਕਾਂ ਨੂੰ ਹਕੂਮਤੀ ਜ਼ਬਰ ਦੇ ਪੱਖ ਵਿੱਚ ਲਾਮਬੰਦ ਕੀਤਾ ਜਾਂਦਾ ਹੈ। ਇਸ ਤਰ੍ਹਾਂ ਜਨਤਾ ਦੇ ਹੀ ਕੁਝ ਹਿੱਸਿਆਂ ਦੀ ਜਨੂਨੀ ਹਮਾਇਤ ਤੇ ਸ਼ਮੂਲੀਅਤ ਸਦਕਾ ਹਕੂਮਤੀ ਮਸ਼ੀਨਰੀ ਦਾ ਦਮਨਕਾਰੀ ਲੱਛਣ, ਰੋਲ ਤੇ ਸਮਰੱਥਾ ਬਹੁਤ ਹੀ ਗੰਭੀਰ ਆਕਾਰ ਪਸਾਰ ਅਖਤਿਆਰ ਕਰ ਜਾਂਦੀ ਹੈ। ਫਿਰਕੂ ਫਾਸੀਵਾਦ ਦੇ ਰੁਝਾਨ ਨੂੰ ਬਲ ਤੇ ਵੇਗ ਮੁਹੱਈਆ ਕਰਨ ਵਿੱਚ ਮੀਡੀਆ ਦੀ ਭੂਮਿਕਾ ਬਹੁਤ ਹੀ ਅਹਿਮ ਹੁੰਦੀ ਹੈ। ਇਹ ਮੀਡੀਆ ਹੀ ਹੈ ਜਿਸ ਰਾਹੀਂ ਘੱਟ ਗਿਣਤੀ ਭਾਈਚਾਰਿਆਂ ਵਿਰੁੱਧ ਦੁਸ਼ਪ੍ਰਚਾਰ ਦੀ ਮੁਹਿੰਮ ਲਾਮਬੰਦ ਕੀਤੀ ਜਾਂਦੀ ਹੈ ਅਤੇ ਬਹੁਗਿਣਤੀ ਵਰਗ ਦੇ ਲੋਕਾਂ ਦੇ ਮਨਾਂ ਅੰਦਰ ਘੱਟ ਗਿਣਤੀ ਵਰਗਾਂ ਪ੍ਰਤੀ ਫਿਰਕੂ ਨਫ਼ਰਤ ਤੇ ਦੁਸ਼ਮਣੀ ਦੀਆਂ ਭਾਵਨਾਵਾਂ ਭੜਕਾਈਆਂ ਜਾਂਦੀਆਂ ਹਨ। ਸੋ ਇਹਨਾਂ ਸਾਰੇ ਪੱਖਾਂ ਨੂੰ ਦੇਖਦਿਆਂ ਹੋਇਆਂ ਦੇਸ਼ ਅੰਦਰ ਫਿਰਕੂ ਫਾਸੀਵਾਦ ਦਾ ਜੋ ਮਾਹੌਲ ਉਸਰ ਰਿਹਾ ਸੀ, ਉਹ ਸਿੱਖ ਭਾਈਚਾਰੇ ਨੂੰ ਗੰਭੀਰ ਖਤਰੇ ਦੀ ਚੇਤਾਵਨੀ ਦੇ ਰਿਹਾ ਸੀ। ਇੰਦਰਾ ਗਾਂਧੀ ਨੇ ਸਿੱਖ ਕੌਮ ਦੇ ਸੰਘਰਸ਼ ਦੀ ਸ਼ਿਸ਼ਤ ਲੈ ਕੇ ਫਿਰਕੂ ਹਮਲੇ ਦੀ ਧਾਰ ਸਿੱਖ ਭਾਈਚਾਰੇ ਖਿਲਾਫ ਸੇਧਤ ਕਰ ਰੱਖੀ ਹੋਈ ਸੀ। ਹਿੰਦੂ ਪ੍ਰੈਸ ਇਸ ਕਾਰਜ ਵਿੱਚ ਉਸ ਦਾ ਵੱਧ ਚੜ੍ਹ ਕੇ ਹੱਥ ਵਟਾ ਰਹੀ ਸੀ। ਸਿੱਖਾਂ ਨੂੰ ਦੇਸ਼ ਦੀ ਜਨਤਾ ਸਾਹਮਣੇ ਵਹਿਸ਼ੀ, ਹੱਤਿਆਰੇ, ਦਹਿਸ਼ਤਗਰਦ ਤੇ ਦੇਸ਼ ਦੇ ਦੁਸ਼ਮਣ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਅਤੇ ਹਿੰਦੂ ਜਨਤਾ ਨੂੰ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਖਿਲਾਫ ਲਾਮਬੰਦ ਹੋਣ ਦੇ ਹੋਕਰੇ ਮਾਰੇ ਜਾ ਰਹੇ ਸਨ। ਅਕਾਲੀ ਲੀਡਰਸ਼ਿਪ ਨੇ ਐਮਰਜੈਂਸੀ 1975 ਦੌਰਾਨ ਮੋਰਚਾ ਲਾ ਕੇ ਇੰਦਰਾ ਗਾਂਧੀ ਦੀ ਨਿਰੰਕੁਸ਼ਤਾ ਨੂੰ ਚੁਣੌਤੀ ਦੇਣ ਦਾ ਜੋ ਰਾਜਨੀਤਿਕ ਸਾਹਸ ਕੀਤਾ ਸੀ, ਉਸਨੇ ਇੰਦਰਾ ਦੀ ਹਉਮੈ ਨੂੰ ਬੁਰੀ ਤਰ੍ਹਾਂ ਘਾਇਲ ਕਰਕੇ ਰੱਖ ਦਿੱਤਾ ਸੀ। ਕਈ ਸਾਲ ਲੰਘ ਜਾਣ ਦੇ ਬਾਵਜੂਦ ਵੀ ਉਸਨੇ ਆਪਣੇ ਮਨ ਅੰਦਰ ਅਕਾਲੀ ਲੀਡਰਸ਼ਿਪ ਪ੍ਰਤੀ ਇਹ ਰੰਜਿਸ਼ ਜਿਉਂ ਦੀ ਤਿਉਂ ਪਾਲ ਰੱਖੀ ਹੋਈ ਸੀ। ਅਕਾਲੀ ਦਲ ਵੱਲੋਂ ਏਸ਼ੀਆਈ ਖੇਡਾਂ ਦੌਰਾਨ ਦਿੱਲੀ ਵਿਖੇ ਰੋਸ ਦਿਖਾਵਾ ਕਰਨ ਦੇ ਫੈਸਲੇ ਨੇ ਉਸ ਨੂੰ ਹੋਰ ਵਿਹੋ ਚਾੜ ਦਿੱਤੀ। ਉਸ ਅੰਦਰ ਬਹੁਗਿਣਤੀ ਦਾ ਹੰਕਾਰ ਇੱਕਦਮ ਫੁੰਕਾਰੇ ਮਾਰ ਉੱਠਿਆ। ਉਸ ਨੇ ਅਕਾਲੀ ਲੀਡਰਸ਼ਿਪ ਨੂੰ ਤੇ ਉਸ ਦੀ ਹਮਾਇਤ ਵਿੱਚ ਲਾਮਬੰਦ ਹੋਣ ਦੇ ਦੋਸ਼ ਬਦਲੇ ਸਮੁੱਚੇ ਸਿੱਖ ਭਾਈਚਾਰੇ ਨੂੰ ਇੱਕ ਕਰਾਰਾ ਸਬਕ ਸਿਖਾਉਣ ਦੀ ਠਾਣ ਲਈ।
ਹਰ ਜਗ੍ਹਾ ਹੀ ਮੁਜਰਮਾਨਾ ਬਿਰਤੀ ਵਾਲੇ ਭਾਵਹੀਣ ਤੇ ਜ਼ਾਹਰ ਕਿਸਮ ਦੇ ਤੱਤ ਹੀ ਫਾਸੀਵਾਦ ਦੀ ਮੁੱਖ ਟੇਕ ਬਣਦੇ ਹਨ। ਇਸ ਕਰਕੇ ਇੰਦਰਾ ਗਾਂਧੀ ਦੀ ਪਾਰਖੂ ਅੱਖ ਨੇ ਭਜਨ ਲਾਲ, ਜੋ ਸਬੱਬ ਨਾਲ ਉਸ ਵੇਲੇ ਹਰਿਆਣੇ ਦਾ ਮੁੱਖ ਮੰਤਰੀ ਸੀ, ਦੇ ਇਹਨਾਂ ਕਰਤਾਰੀ ਗੁਣਾਂ ਦੀ ਪਛਾਣ ਕਰਨ ਵਿੱਚ ਰੱਤੀ ਉਕਾਈ ਨਾ ਕੀਤੀ। ਉਸਨੇ ਫੌਰਨ ਉਸ ਨੂੰ ਦਿੱਲੀ ਬੁਲਾ ਕੇ ਆਪਣੀ ਲੋੜ ਤੇ ਉਸ ਦੇ ਰੋਲ ਬਾਰੇ ਸਮਝਾ ਦਿੱਤਾ। ਪੰਜਾਬ ਤੋਂ ਦਿੱਲੀ ਜਾਣ ਦੇ ਸਾਰੇ ਲਾਂਘੇ ਹਰਿਆਣੇ ਚੋਂ ਲੰਘਦੇ ਹਨ ਅਤੇ ਦਿੱਲੀ ਪੁਲਿਸ ਅੰਦਰ ਵੀ ਵੱਡੀ ਗਿਣਤੀ ਹਰਿਆਣਵੀਆਂ ਦੀ ਹੈ। ਸੋ ਭਜਨ ਲਾਲ ਨੇ ਇੰਦਰਾ ਗਾਂਧੀ ਨੂੰ ਇਹ ਪੱਕਾ ਯਕੀਨ ਦਿਵਾ ਦਿੱਤਾ ਕਿ ਏਸ਼ੀਆਈ ਖੇਡਾਂ ਦੌਰਾਨ ਨਾ ਸਿਰਫ ਪੰਜਾਬ ਤੋਂ ਇੱਕ ਵੀ ਸਿੱਖ ਦਿੱਲੀ ਨਹੀਂ ਪਹੁੰਚਣ ਦਿੱਤਾ ਜਾਵੇਗਾ, ਸਗੋਂ ਸਿੱਖ ਕੌਮ ਨੂੰ ਭਾਰਤ ਦੇ ਅੰਦਰ ਉਸ ਦੇ ਅਸਲੀ ਸਥਾਨ ਤੇ ਰੁਤਬੇ ਦਾ ਵੀ ਅਹਿਸਾਸ ਕਰਵਾ ਦਿੱਤਾ ਜਾਵੇਗਾ। 19 ਨਵੰਬਰ ਨੂੰ ਭਜਨ ਲਾਲ ਨੇ ਆਪਣੀ ਪੁਲਿਸ ਫੋਰਸ ਦੇ ਗਲੋਂ ਪਟੇ ਲਾ ਦਿੱਤੇ ਤੇ ਉਸ ਨੂੰ ਸਿੱਖਾਂ ਉੱਤੇ ਝਪਟਣ ਲਈ ਖੁੱਲ੍ਹਾ ਛੱਡ ਦਿੱਤਾ। ਨਾਲ ਹੀ ਹੁੱਲੜਬਾਜ਼ਾਂ, ਲੁਟੇਰਿਆਂ, ਅਵਾਰਾਗਰਦਾਂ ਤੇ ਲਫੰਗਿਆਂ ਯਾਨੀ ਕਿ ਹਰ ਕਿਸਮ ਦੇ ਅਪਰਾਧੀ ਅਨਸਰਾਂ ਨੂੰ ਸਿੱਖਾਂ ਖਿਲਾਫ ਮਨਮਾਨੀਆਂ ਕਰਨ ਦੀ ਹੱਲਾਸ਼ੇਰੀ ਦੇ ਦਿੱਤੀ। ਫਿਰ ਕੀ ਸੀ, ਪੰਜਾਬ ਤੋਂ ਦਿੱਲੀ ਨੂੰ ਜਾਂਦੀ ਹਰ ਬੱਸ, ਕਾਰ, ਟਰੱਕ ਤੇ ਰੇਲ ਗੱਡੀ ਨੂੰ ਹਰਿਆਣੇ ਅੰਦਰ ਜਗ੍ਹਾ ਜਗ੍ਹਾ ਰੋਕਿਆ ਗਿਆ ਅਤੇ ਹਰ ਸਿੱਖ ਮੁਸਾਫਰ ਨੂੰ ਥੱਲੇ ਲਾ ਕੇ ਮਨ ਚਾਹੇ ਢੰਗਾਂ ਨਾਲ ਅਪਮਾਨਿਤ ਕੀਤਾ ਗਿਆ। ਪੁਲਿਸ ਨੇ ਨਾ ਕਿਸੇ ਸਿੱਖ ਦੀ ਪਦਵੀ ਦੇਖੀ, ਨਾ ਰੁਤਬਾ, ਸਾਰਿਆਂ ਨਾਲ ਇੱਕ ਵੱਡਿਓਂ ਘਿਨਾਉਣਾ ਸਲੂਕ ਕੀਤਾ। ਭਾਰਤੀ ਫੌਜ ਦੇ ਸੇਵਾ ਮੁਕਤ ਲੈਫਟੀਨੈਂਟ ਜਨਰਲ ਅਤੇ 1971 ਦੀ ਜੰਗ ਦੇ ਹੀਰੋ ਸਰਦਾਰ ਜਗਜੀਤ ਸਿੰਘ ਅਰੋੜਾ ਤੇ ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁਖੀ ਸਰਦਾਰ ਅਰਜਨ ਸਿੰਘ ਵਰਗੀਆਂ ਸਨਮਾਨਿਤ ਹਸਤੀਆਂ ਨਾਲ ਹਰਿਆਣਾ ਪੁਲਿਸ ਦੇ ਮਾਮੂਲੀ ਜਿਹੇ ਕਰਮਚਾਰੀਆਂ ਨੇ ਬਹੁਤ ਹੀ ਘਟੀਆ ਵਰਤਾਓ ਕੀਤਾ ਤੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ। ਜੇਕਰ ਹਿੰਦੂ ਪੁਲਿਸ ਮੁਲਾਜ਼ਮਾਂ ਦੇ ਮਨਾਂ ਅੰਦਰ ਨਿਰੰਤਰ ਫਿਰਕੂ ਪ੍ਰਾਪੇਗੰਡੇ ਦੇ ਜ਼ਰੀਏ ਇੱਕ ਫਿਰਕੂ ਧਾਰਨਾ ਦਾ ਭਰੀ ਹੁੰਦੀ ਕਿ ਹਿੰਦੂ ਹੀ ਭਾਰਤ ਦੇ ਅਸਲੀ ਮਾਲਕ ਹਨ ਅਤੇ ਸਿੱਖ ਕੌਮ ਤੇ ਹੋਰ ਘੱਟ ਗਿਣਤੀ ਧਾਰਮਿਕ ਵਰਗ ਭਾਰਤ ਦੇ ਅੰਦਰ ਹਿੰਦੂਆਂ ਦੀ ਮਰਜ਼ੀ ਤੇ ਰਹਿਮ ਦੇ ਆਸਰੇ ਹੀ ਰਹਿ ਰਹੇ ਤੇ ਰਹਿ ਸਕਦੇ ਹਨ, ਤਾਂ ਉਹਨਾਂ ਦੀ ਕੀ ਮਜਾਲ ਸੀ ਕਿ ਉਹ ਨਾਮੀ ਸਿੱਖ ਜਰਨੈਲਾਂ ਵੱਲ ਅੱਖ ਵੀ ਉੱਚੀ ਕਰਕੇ ਦੇਖ ਸਕਦੇ। ਪਰ ਬਹੁ ਗਿਣਤੀ ਦੇ ਘੁਮੰਡ ਦੇ ਰਾਜ ਸੱਤਾ ਦੀ ਸਰਪ੍ਰਸਤੀ ਨੇ ਵਰਦੀ ਧਾਰੀ ਤੇ ਗੈਰ ਵਰਦੀ ਧਾਰੀ ਹਿੰਦੂ ਹੁੱਲੜਬਾਜ਼ਾਂ ਦੇ ਦਿਮਾਗਾਂ ਨੂੰ ਅਜਿਹਾ ਫਤੂਰ ਚਾੜ ਦਿੱਤਾ ਹੋਇਆ ਸੀ ਕਿ ਉਹਨਾਂ ਹਰ ਸਿੱਖ ਨੂੰ ਉਸ ਦੇ ਅਹੁਦੇ ਤੇ ਰੁਤਬੇ ਦਾ ਭੇਦ ਕੀਤੇ ਬਿਨਾਂ ਜਲੀਲ ਕਰਨ ਲੱਗਿਆਂ ਰਤੀ ਸੰਕੋਚ ਨਾ ਵਰਤਿਆ। ਚਲੋ ਵਿਤਕਰਾ ਤਾਂ ਨਹੀਂ ਨਾ ਕੀਤਾ, ਅਹੁਦੇਦਾਰ ਵੀ ਤੇ ਆਮ ਵੀ ਇੱਕ ਥਾਂ ਤੇ ਰੱਖੇ ਨਾ, ਅਕਲ ਹਜੇ ਵੀ ਨਹੀਂ ਆਈ ਹਨ। ਇੱਥੋਂ ਤੱਕ ਕਿ ਸਾਬਕਾ ਕੇਂਦਰੀ ਮੰਤਰੀ ਸਵਰਨ ਸਿੰਘ ਅਤੇ ਬੀਬੀ ਅਮਰਜੀਤ ਕੌਰ ਕਾਂਗਰਸੀ MP ਵਰਗੇ ਰਸੂਖ ਤੇ ਰਾਜ ਭਗਤ ਕਾਂਗਰਸੀ ਆਗੂਆਂ ਨਾਲ ਵੀ ਕੋਈ ਰਿਆਇਤ ਨਾ ਵਰਤੀ ਗਈ। ਬੀਬੀ ਅਮਰਜੀਤ ਕੌਰ ਦਾ ਪਾਰਲੀਮੈਂਟ ਦੇ ਕੇਂਦਰੀ ਹਾਲ ਵਿੱਚ ਆਪਣੀ ਵਿਥਿਆ ਸੁਣਾਉਂਦਿਆਂ ਹੋਇਆਂ ਰੋਣ ਨਿਕਲ ਗਿਆ। ਪਰ ਹੈਰਾਨੀ ਦੀ ਗੱਲ ਇਹ ਕਿ ਇਹਨਾਂ ਹੋ ਜਾਣ ਦੇ ਬਾਵਜੂਦ ਉਸਨੇ ਜਾਂ ਹੋਰ ਕਿਸੇ ਵੀ ਕਾਂਗਰਸੀ MP ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਦੀ ਲੋੜ ਮਹਿਸੂਸ ਨਾ ਕੀਤੀ। ਪਾਣੀਪਤ ਦੇ ਕੁਝ ਹੋਰਨਾਂ ਥਾਵਾਂ ਤੇ ਚਲਿਆਈਆਂ ਹੋਈਆਂ ਹਿੰਦੂ ਭੀੜਾਂ ਨੇ ਆਪਣੀ ਫਿਰਕੂ ਕਰਤੂਤ ਦਿਖਾਉਂਦਿਆਂ ਹੋਇਆਂ ਸਿੱਖ ਸਵਾਰੀਆਂ ਦੀ ਲੁੱਟ ਖੋਹ ਤੇ ਮਾਰ ਕੁਟਾਈ ਕਰਨ, ਸਿੱਖ ਔਰਤਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਉਣ ਅਤੇ ਸਿੱਖਾਂ ਦੀਆਂ ਦੁਕਾਨਾਂ ਤੇ ਕਾਰੋਬਾਰ ਨੂੰ ਲੁੱਟਣ ਸਾੜਨ ਦਾ ਸਿਲਸਿਲਾ ਦਿਨ ਭਰ ਜਾਰੀ ਰੱਖਿਆ। ਕਿੰਨੇ ਹੀ ਥਾਵਾਂ ਤੇ ਗੁਰਦੁਆਰਿਆਂ ਨੂੰ ਅੱਗਾਂ ਲਾ ਕੇ ਲੂਹ ਸੁੱਟਿਆ ਗਿਆ। ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।